अस्सलाम वालेकुम दोस्तों, मैं ਤੁਹਾਡਾ ਭਰਾ ਮੀਆਂ ਮੁਹੰਮਦ ਅਫਜ਼ਲ ਬੱਟੂ ਤੇ ਤੁਸੀਂ ਦੇਖਦੇ ਪਏ ਹੋ ਡੀ ਕਿਸਾਨ ਪਾਕਿਸਤਾਨ। ਕਿਸਾਨ ਵੀਰ ਭਰਾਓ, ਆਲੂ ਦੀ ਪਟਾਈ ਹੁੰਦੀ ਪਈ ਹੈ ਨਵੇਂ ਬਲਾਸਟ ਟਰੈਕਟਰ ਨਾਲ। ਤੇ ਆਲੂ ਹੈਗੇ ਨੇ ਮੇਰੇ ਕਜ਼ਨ ਰੱਬਨਵਾਜ਼ ਬਾਈ ਦੇ, ਤੇ ਸਾਰਿਆਂ ਤੋਂ ਪਹਿਲੇ ਲਾਏ ਸਨ ਤੇ 120-22 ਦਿਨ ਦੇ ਹੋ ਗਏ ਨੇ। ਅੱਜ ਜਨਾਬ ਇਸ ਦੀ ਪਟਾਈ ਹੁੰਦੀ ਪਈ ਹੈ। ਆਓ ਮੌਜੂਦਾ ਕੀ ਸੂਰਤ ਹਾਲ ਹੈ, ਕਿੰਨਾ ਰੇਟ ਸ਼ੇਟ ਚੱਲਦਾ ਪਿਆ ਤੇ ਰੱਬਨਵਾਜ਼ ਬਾਈ ਕੀ ਕਹਿੰਦੇ ਨੇ, ਆਓ ਚਲੀਏ ਗੱਲ ਕਰੀਏ ਜੀ। अस्सलाम वालेकुम रामनवाज भाई, की हाल चाल है? तबीयत ठीक है? ਤੇ ਸੁਣਾਓ ਆਲੂਆਂ ਦਾ ਕੀ ਬਣਿਆ ਫਿਰਦਾ ਹਿਸਾਬ ਕਿਤਾਬ? ਤਾਂ ਅੱਜ ਆਪਾਂ ਇਸ ਦੀ ਪਟਾਈ ਕਰਦੇ ਪਏ ਬਿਲਾ ਰੁਕ ਤੇ, ਕਿਉਂਕਿ ਹੋ ਸਕਦਾ ਵੀ ਰੇਟ ਵੱਲ ਹੋ ਜਾਵੇ ਤੇ ਰੇਟ ਵੱਲ ਨਹੀਂ ਹੋਇਆ ਤੇ ਬਿਲਾ ਆਖਰ ਆਪਾਂ ਅੱਜ ਪਟਾਈ ਸ਼ੁਰੂ ਕਰ ਦਿੱਤੀ। ਰੇਟ ਦਾ ਇੰਤਜ਼ਾਰ ਕਰ ਤੇ ਜਿਹੜਾ ਨਾ ਜੇ ਆਲੂ ਹੁਣ ਤਕਰੀਬਨ ਅੱਜ 4 ਮਹੀਨਿਆਂ ਦੇ ਪਟਦੇ ਪਏ 4 ਮਹੀਨੇ ਦੇ 120 ਤੋਂ ਵੀ ਉੱਤੇ ਦਿਨ ਹੋ ਗਏ ਨੇ ਜੀ। ਤੇ ਇਹ ਕੱਚੀ ਪਟਾਈ ਪਟਣੀ ਆਈ ਜੀ, ਤੇ 70 ਕੁ ਦਿਨਾਂ ਦੇ 80 ਦਿਨਾਂ ਦੇ ਪਟਣੇ ਆ ਜਿਹੜੇ ਅੱਜ 4 ਮਹੀਨਿਆਂ ਦੇ ਪੂਰੇ ਅੱਜ ਹੋ ਗਏ। ਤੇ ਹੁਣ ਤੁਹਾਡੇ ਸਾਹਮਣੇ ਪਟਦੇ ਪਏ ਤੇ ਹੁਣ ਇੱਕ ਜਿਹੜਾ ਨਾ ਜੋਟੀ ਜੀ ਹੈਗੀ ਹੈ ਜੀ, ਤੇ ਉਹ ਖੜੀ ਹੈ, ਉਹ ਜੀ ਵੇਚ ਤੇ ਆ ਜੇ ਟਰੈਕਟਰ ਵੀ ਵੇਚ ਹੋਈ, ਜਿਹੜਾ ਆਦਾ ਜ਼ਾਤੀ ਟਰੈਕਟਰ ਆ ਉਹ ਵੇਚ ਹੋਈ ਤੇ ਇਹਨੇ ਤੇ ਸਾਰਾ ਖਰਚਾ ਕਰ ਲਿਆ ਹੈ। ਤੇ ਹੁਣ ਇਹ ਟਰੈਕਟਰ ਮੰਗੀ ਕਣਾ ਜੋਟੀ ਵੇਚੀ ਹੈ ਜੀ 60,000 ਉਹ ਵੇਚ ਤੇ ਆ ਕੋ ਲੇਬਰ ਸ਼ੇਬਰ ਨੂੰ ਥੋੜੇ ਬਹੁਤ ਪੈਸੇ ਦਿੱਤੇ, ਨੂੰ ਡੀਜ਼ਲ ਪਵਾਇਆ ਦਾ ਪੱਟ ਤੇ ਰੱਖਦੇ ਪਏ ਜੀ। ਆਖਰੀ ਉਮੀਦ ਹੈ ਵੀ ਜਿਹੜਾ ਨਾ ਹੁਣ ਤਾਂ ਬਸ ਐਵੇਂ ਕਿਵੇਂ ਆਦੇ ਨੇ ਪੈਰਾਂ ਵਿੱਚ ਜਾਨ ਰਹਿ ਗਈ ਹੈ ਜੀ। ਤੇ ਅਸੀਂ ਆਨੇ ਵੀ ਅੱਲਾਹ ਤਾਲਾ ਸੁਣ ਲਵੇ ਜੇ ਸਾਡੀ ਤਾਂ, ਤੇ ਆ ਹੁਣ ਪਟਦੇ ਪਏ ਜੀ। ਰੱਬਨਵਾਜ਼ ਬਾਈ ਮਾਸ਼ਾਅੱਲਾ, ਤੁਸੀਂ ਹਰ ਸਾਲ ਮਿਹਨਤ ਕਰਦੇ ਹੋ, 12 ਮਹੀਨੇ ਜ਼ਿਮੀਂਦਾਰ ਮਿਹਨਤ ਕਰਦਾ ਹੈ ਤੇ ਇਹਦਾ ਰਿਜ਼ਲਟ ਇਹ ਹੈ ਵੀ ਜਿਹੜੀ ਤੁਸੀਂ ਮਿਹਨਤ ਕੀਤੀ ਹੈ ਉਹ ਤਾਂ ਇੰਨੇ ਸੋਹਣੇ ਆਲੂ ਜਿਹੜੇ ਨੇ ਮਾਸ਼ਾਅੱਲਾ ਨਿਕਲੇ ਪਏ ਨੇ। ਵੇਖ ਲਓ ਤੁਸੀਂ ਤਾਦਾਦ ਵੇਖ ਲਓ ਜੀ, ਸਾਡੇ ਕਿਸੇ ਖੁਰਾਕ ਚ ਕੋਈ ਕਮੀ ਹੋਈ ਹੋਵੇ ਜਾਂ ਆਦੇ ਜਿਹੜੀ ਚੀਜ਼ ਹੈਗੀ ਇਹਨੇ ਸਾਰੀ ਵੇਚ ਤੇ ਇਹਦੇ ਉੱਤੇ ਲਾ ਲਈ ਹੈ ਜੀ। ਵੀ ਆਲੂ ਵੇਚਾਂਗੇ ਤੇ ਇਹਦੇ ਤੋਂ ਬਾਅਦ ਜਿਹੜਾ ਨਾ ਸਾਰਾ ਕੁਝ ਮੁੱਲ ਲੈ ਲਵਾਂਗੇ। ਇਹ ਮੈਨੂੰ ਦੱਸੋ ਵੀ 1 ਕਿੱਲੇ ਤੇ ਕਿੰਨਾ ਕੁ ਆਪਣਾ ਬੀਜ ਤੋਂ ਲੈ ਕੇ ਖਾਦਾਂ ਤੱਕ ਠੇਕਾ ਕਿੰਨਾ ਖਰਚਾ ਆ ਗਿਆ ਹੋਵੇਗਾ ਤੇ ਕਿੰਨੇ ਏਕੜ ਆਪਾਂ ਲਾਏ ਹੋਏ ਨੇ? ਇਹ ਜੀ ਆਪਾਂ 30 ਕਿੱਲੇ ਆਲੂ ਲਾਏ ਹੋਏ ਨੇ ਜੀ, ਤੇ ਠੇਕੇ ਸਣੇ ਜੀ 2.5 ਲੱਖ ਰੁਪਈਆ ਪੂਰਾ ਜਿਹੜਾ ਲੱਗਾ ਪਿਆ ਜੀ। 2.5 ਲੱਖ ਰੁਪਈਆ ਕਿੱਲੇ ਤੇ? ਤੇ ਹੁਣ ਜਿਹੜੀ ਹਾਲਾਤ ਲੱਗਦੇ ਪਏ ਨੇ ਇਹਦਾ ਮਤਲਬ ਇਹ ਆਪਾਂ ਨੂੰ 60 65 70 ਲੱਖ ਤਾਂ ਠੁੱਕ ਗਿਆ। ਹਾਂਜੀ ਇਹਨਾਂ ਜ਼ਰੂਰ ਬਿਲਕੁਲ ਜੀ ਠੁੱਕ ਗਿਆ ਜੀ। ਤੇ ਹੁਣ ਅਗਲੀ ਫਸਲ ਕਿਹੜੀ ਲਾਓਗੇ? ਮਕਈ ਲਾਓਗੇ? ਨਹੀਂ ਲੱਗਣੀ? ਕੀ ਕਰਦੇ ਪਏ? ਮਕਈ ਲਾਉਣੀ ਹੈ ਜੀ, ਉਹਦੇ ਵਾਸਤੇ ਹਾਲੀ ਪੈਸੇ ਕੋਈ ਨਹੀਂ ਹੈਗੇ, ਕੋਸ਼ਿਸ਼ ਕਰਦੇ ਪਏ ਕਿਸੇ ਦੋਸਤ ਦੀ ਮਿਹਨਤ ਕਰਨੇ ਜੀ, ਕੋਈ ਮਿਲ ਗਿਆ ਤਾਂ ਲਾਵਾਂਗੇ, ਨਹੀਂ ਤਾਂ ਮੁੜ ਜਿਵੇਂ ਵਿਹਲੀ ਜ਼ਮੀਨ ਪਵੇ। ਦੱਸੋ ਵੀ ਕੋਈ ਰੇਟ ਸ਼ੇਟ ਲੱਗਿਆ? ਹਾਂਜੀ ਰੇਟ ਲੱਗਾ ਹੈ ਜੀ 600 ਰੁਪਏ ਬੋਰੀ ਦਾ ਜੀ। 600 ਰੁਪਏ ਬੋਰੀ ਦਾ? ਹਾਂਜੀ। ਤੇ ਇਹਦਾ ਮਤਲਬ ਹੈ 600 ਅਗਰ ਬੋਰੀ ਹੈ ਤੇ 120 ਕਿਲੋ ਦੀ ਬੋਰੀ 22 ਕਿਲੋ ਦੀ? ਹਾਂਜੀ 22 ਕਿਲੋ ਦੀ ਜੀ। ਉਹ ਤਾਂ ਆਪਾਂ 3-4 ਰੁਪਏ ਕਿਲੋ ਪੈ ਗਏ। ਹਾਂਜੀ ਉਹਦੇ ਨਾਲ ਤੇ ਜੀ ਜਿਹੜਾ ਨਾ ਆਲੂ ਦਾ ਟਰੈਕਟਰ ਦਾ ਡੀਜ਼ਲ ਤੇ ਬੀਜ ਦਾ ਥੈਲਾ ਵੀ ਨਹੀਂ ਆਉਂਦਾ ਤੇ ਲੇਬਰ ਦੇ ਪੈਸੇ ਵੀ ਨਹੀਂ ਪੂਰੇ ਹੁੰਦੇ ਜੀ, ਉਹਦੇ ਨਾਲ ਤਾਂ ਕੁਝ ਵੀ ਨਹੀਂ ਹੁੰਦਾ ਜੀ। ਟਰੈਕਟਰ ਦਾ ਜੀ ਆਪਣਾ ਮੰਗਵਾ ਹੈ ਜੀ, ਮੁੱਲ ਕਿਰਾਏ ਵਾਲਾ ਨਹੀਂ ਹੈਗਾ ਜੀ। ਉਹ ਜੋ ਡੀਜ਼ਲ ਬਣ ਜਾਏ ਸੀ ਤਕਰੀਬਨ ਕੋਈ 3-4 ਹਜ਼ਾਰ ਦਾ ਠੀਕ ਹੋ ਗਿਆ ਪਟਾਈ ਤੇ ਮਤਲਬ ਵੀ ਆਪਾਂ ਜਿਹੜੀ ਝੋਟੀ ਵੇਚੀ ਹੈ ਉਹਦੇ ਨਾਲ ਆਪਣੇ ਜਿਹੜੇ ਆਲੂ ਨੇ ਇਹ ਪੱਟੇ ਜਾਸਣ ਇਹ ਪੱਟੇ ਜਾਸਣ ਜੀ, ਬਸ ਇਹ ਇਕੱਠੇ ਹੋ ਜਾਸਣ ਅਗਲੀ ਫਸਲ ਵਾਸਤੇ ਅਲੱਗਾ ਪੈਸੇ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਵੀ ਤੁਹਾਨੂੰ ਕਿਸੇ ਨੇ ਲਾਰਾ ਲਾਇਆ ਹੈ ਜਾਂ ਸੋਸ਼ਲ ਮੀਡੀਆ ਤੇ ਵੇਖਿਆ ਹੈ ਵੀ ਰੇਟ ਇਹਦਾ ਵਧੇਗਾ, ਜਿਹੜਾ ਤੁਸੀਂ ਇਹਨੂੰ ਸਟਾਕ ਕਰਦੇ ਪਏ ਨੇ, ਵਜ੍ਹਾ ਕੀ ਹੈ? ਕੋਈ ਉਮੀਦ ਹੈ ਨਹੀਂ ਹੈ? ਉਹਦੇ ਬਾਰੇ ਦੱਸੋ। ਜੋ ਸੋਸ਼ਲ ਮੀਡੀਆ ਤੇ ਸੁਣਦੇ ਪਏ ਜੀ ਬਾਰਡਰ ਦੀ ਜਿਹੜਾ ਨਾ ਜੀ ਅੱਜ ਖੁੱਲਦਾ ਪਿਆ ਕੱਲ ਖੁੱਲਦਾ ਪਿਆ, ਬਸ ਇਸ ਜਿਹੜਾ ਨਾ ਇਸ ਉਮੀਦ ਤੇ ਹੈ ਜੇ ਅਗਰ ਖੁੱਲ ਗਿਆ ਤੇ ਜਿਹੜਾ ਨਾ ਅੱਲਾਹ ਤਾਲਾ ਮਿਹਰਬਾਨੀ ਕਰਸੇ, ਜੇ ਨਾ ਖੁੱਲਾ ਤਾਂ ਮੋੜ ਤਾਂ ਮਰੇ ਤਾਂ ਪਏ ਜੀ ਪਹਿਲੇ ਜੀ। ਮਤਲਬ ਕਿਸਾਨ ਨੇ ਆਪਣਾ ਫਰਜ਼ ਪੂਰਾ ਅਦਾ ਕੀਤਾ ਹੈ। ਹਾਂਜੀ ਜ਼ਮੀਨ ਦੀ ਤਿਆਰੀ ਕੀਤੀ ਹੈ, ਬੀਜ ਚੰਗਾ ਲਾਇਆ ਹੈ, ਖਾਦਾਂ ਲਾਈਆਂ ਨੇ, ਸਪਰੇਅ ਕੀਤੇ ਨੇ, ਹਾਂਜੀ ਬੰਪਰ ਕਰਾਪ ਹੋ ਗਈ ਹੈ। ਜ਼ਿੰਮੇਵਾਰੀ ਹੈਗੀ ਸੀ ਹਕੂਮਤ ਦੀ ਤੇ ਹਕੂਮਤ ਤੋਂ ਜਨਾਬ ਪੂਰੀ ਨਹੀਂ ਹੋਈ ਗਈ, ਜਿਹਦੀ ਵਜ੍ਹਾ ਨਾਲ ਬਾਰਡਰ ਬੰਦ ਨੇ ਤੇ ਸਾਰੇ ਕਿਸਾਨ ਜਿਹੜੇ ਨੇ ਰੋਂਦੇ ਪਏ ਨੇ, ਅੱਤਾ ਕਿ ਤਾਜਰ ਵੀ ਰੋਂਦੇ ਪਏ ਨੇ। ਕਿਉਂਕਿ ਜਿਹੜਾ ਤਾਜਰ ਨੇ 5 ਗੱਡੀਆਂ ਖਰੀਦੀਆਂ ਨੇ ਜਦੋਂ ਮੰਡੀ 'ਚ ਲੈ ਜਾਂਦਾ ਹੈ ਤਾਂ ਉਹਨੂੰ ਇੱਕ ਗੱਡੀ ਦਾ ਨੁਕਸਾਨ ਹੋ ਜਾਂਦਾ ਹੈ, ਜਿਹਦੀ ਵਜ੍ਹਾ ਨਾਲ ਮਾਰਕੀਟ ਬਿਲਕੁਲ ਕ੍ਰੈਸ਼ ਹੋ ਗਈ। ਇੱਕ ਗੱਡੀ ਲੈ ਜਾਵੇ ਦੁਬਾਰਾ ਆਂਦਾ ਹੀ ਨਹੀਂ ਜੀ, ਦੁਬਾਰਾ ਨਹੀਂ ਜੀ, ਦੁਬਾਰਾ ਨਹੀਂ ਆਂਦਾ ਜੀ। ਮਤਲਬ ਤੁਹਾਡਾ ਮੁਲਕ ਦਾ ਜਿਹੜਾ ਖਜ਼ਾਨਾ ਹੈ ਉਹਨੂੰ ਵੀ ਨੁਕਸਾਨ ਹੈ, ਕਿਸਾਨਾਂ ਨੂੰ ਵੀ ਨੁਕਸਾਨ ਹੈ, ਤੇ ਉਸ ਦੇ ਨਾਲ ਕਿਸਾਨ ਕੋਲ ਪੈਸੇ ਹੋਣਗੇ ਤੇ ਕਿਸਾਨ ਜਿਹੜਾ ਨਾ ਬਾਜ਼ਾਰ ਜਾਵੇਗਾ, ਨਵੇਂ ਟਰੈਕਟਰ ਖਰੀਦੇਗਾ, ਨਵੀਆਂ ਗੱਡੀਆਂ ਖਰੀਦੇਗਾ ਜਾਂ ਮੋਟਰਸਾਈਕਲ ਖਰੀਦੇਗਾ ਜਾਂ ਕੱਪੜਾ ਜੁੱਤੀ ਖਰੀਦੇਗਾ। ਹੁਣ ਮੇਰਾ ਖਿਆਲ ਹੈ ਵੀ ਬਾਜ਼ਾਰ ਵਾਲਿਆਂ ਨੂੰ ਵੀ ਨੁਕਸਾਨ ਹੈ। ਹਾਂਜੀ ਬਹੁਤ ਨੁਕਸਾਨ ਹੈ ਜੀ।
ਤੇ ਸਾਰੇ ਮੁਲਕ ਨੂੰ ਨੁਕਸਾਨ ਹੈ ਪਾਕਿਸਤਾਨ ਤੇ ਹੁਕੂਮਤ ਅੱਗੇ ਕੀ ਰਿਕੁਐਸਟ ਕਰਨਾ ਚਾਹੁੰਦੇ ਹੋ? ਇਹ ਹਕੂਮਤ ਦੇ ਅੱਗੇ ਤੇ ਰਿਕੁਐਸਟ ਇਹ ਹੀ ਹੈ ਵੀ ਮਿਹਰਬਾਨੀ ਕਰਨ ਤੇ ਬਾਰਡਰ ਚਲੋ ਇਹ ਨਹੀਂ ਖੁੱਲਦਾ ਤੇ ਕਿਸੇ ਹੋਰ ਨਾਲ ਜਿਹੜਾ ਨਾ ਜੇ ਕਰ ਲਵਣ ਤੇ ਉਹ ਸਾਡੇ ਹਾਲ ਤੇ ਰਹਿਮ ਜ਼ਿਮੀਂਦਾਰਾਂ ਤੇ ਕਰਨ ਤੇ ਇਹ ਆਲੂ ਦੇ ਜਿਹੜਾ ਨਾ ਜੀ ਬਿੱਲੇ ਲਾਵਣ ਰੇਟ ਅੱਛਾ ਹੋਵੇ ਤੇ ਇਹ ਵਿਕਣ ਤੇ ਸਾਡੇ ਕੋਲ ਕੋਈ 4 ਪੈਸੇ ਆਵਣ ਜਿਹੜਾ ਨੂੰ ਪਹਿਲੇ ਵਾਲਾ ਕਰਜ਼ਾ ਹੀ ਲੈ ਜਾਵੇ ਸਾਡਾ। ਸਹੀ। ਤੇ ਮੈਨੇ ਇਹ ਦੱਸੋ ਵੀ ਮੱਕੀ ਆਪਾਂ ਲਗਾਣੇ ਹੈ ਤੇ ਮੱਕੀ ਤੇ ਟੋਟਲ ਕਿੰਨਾ ਖਰਚਾ ਆਵੇਗਾ ਫੀ ਕਿੱਲੇ ਤੇ? ਮੱਕੀ ਤੇ ਵੀ ਜੀ ਤਕਰੀਬਨ ਟੋਟਲ ਜਿਹੜਾ ਨਾ ਜੀ ਹੁਣ 25000 ਦਾ ਥੈਲਾ ਹੈ ਜੀ ਬੀਜ ਦਾ ਤੇ ਤਕਰੀਬਨ ਜੇ ਅਗਰ ਆਧਾ ਟਰੈਕਟਰ ਹੋਵੇ ਨਾ ਤੇ ਇੱਕ ਕਿੱਲੇ ਤੇ ਤਕਰੀਬਨ 15000 ਦਾ 12000 ਦਾ ਡੀਜ਼ਲ ਸੜ ਜਾਂਦਾ ਜੀ। ਉਹ ਤੁਸੀਂ ਪਾ ਲਓ ਮੁੜ ਲੇਬਰ ਦੀ ਮਜ਼ਦੂਰੀ 3000 ਰੁਪਇਆ ਲੇਬਰ ਲੈ ਰਹੀ ਹੈ ਤੇ ਮੁੜ ਜਿਹੜਾ ਨਾਕੂ ਬੰਨੇ ਕਰਨ ਵਾਲੇ ਕੋਈ 2000 ਰੁਪਇਆ ਉਹ ਲੈ ਰਹੇ ਨੇ। ਇਸੇ ਤਰੀਕੇ ਤੋਂ ਤਕਰੀਬਨ ਜਿਹੜਾ ਨਾ ਜੇ ਖਾਦ ਤੋਂ ਬਗੈਰ ਮਕਈ ਦੀ ਲਵਾਈ ਤੇ ਸਾਰਾ ਖਰਚਾ ਆ ਜਾਂਦਾ ਤਕਰੀਬਨ 60000 60000 ਤੇ ਟੋਟਲ ਖਾਦਾਂ ਪਾਈਏ ਤਾਂ 80 90000 ਤਾਂ ਪੈ ਗਿਆ। ਹਾਂਜੀ ਤੇ ਮੇਰਾ ਖਿਆਲ ਹੈ ਵੀ ਜਿੰਨੀ ਮੱਕੀ ਹੁਣ ਲੱਗੇਗੀ ਤੇ ਮੱਕੀ ਦਾ ਵੀ ਪ੍ਰੋਗਰਾਮ ਖਰਾਬ ਨਾ ਹੋ ਜਾਵੇ। ਕਿਸਾਨਾਂ ਨੂੰ ਚਾਹੀਦਾ ਵੀ ਮੁਖਤਲਿਫ ਕੁਝ ਅਰੇਂਜ ਕਰਨ, ਸਾਰੇ ਜਿਹੜੇ ਨੇ ਮਕਈ ਤੇ ਨਾ ਲੱਗੇ ਰਹਿਣ। ਹਾਂਜੀ ਤੇ ਕੁਝ ਵੀ ਹੋ ਸਕਦਾ ਹੈ, ਕੁਝ ਵੀ ਹੋ ਸਕਦਾ ਬਿਲਕੁਲ। ਤੇ ਠੀਕ ਹੋ ਗਿਆ ਜੀ। ਰੱਬ ਨਵਾਜ਼ ਭਾਈ ਤੁਹਾਡਾ ਪੈਗਾਮ ਜਿਹੜਾ ਹੈ ਇਨਸ਼ਾਅੱਲਾ ਤਾਲਾ ਆਪਣੇ ਚੈਨਲ ਦੇ ਥਰੂ ਬਲਕਿ ਸਾਰੇ ਕਿਸਾਨ ਭਾਈਆਂ ਦੇ ਜਿਹੜੇ ਹਾਲਾਤ ਹੈਗੇ ਨੇ, ਸਾਡਾ ਕੰਮ ਹੈ ਆਪਣੇ ਚੈਨਲ ਤੇ ਲਗਾਉਣਾ ਤੇ ਹਕੂਮਤ ਜ਼ਰੂਰ ਇਸ ਤੋਂ ਵਾਕਿਫ ਹੋਵੇਗੀ ਕਿਉਂਕਿ ਹਕੂਮਤ ਦੀ ਜਿਹੜੀ ਅੱਖ ਹੈ ਨਾ ਉਹ ਸੋਸ਼ਲ ਮੀਡੀਆ ਤੇ ਪੱਕੀ ਹੈਗੀ ਹੈ ਕਿਉਂਕਿ ਸੋਸ਼ਲ ਮੀਡੀਆ ਤੇ ਜ਼ਰਾ ਉਹਨਾਂ ਦੇ ਬਾਰੇ ਕੁਝ ਗੱਲ ਹੋਵੇ ਤਾਂ ਫੌਰੀ ਐਕਸ਼ਨ ਲੈਂਦੇ ਨੇ। ਤੇ ਹੁਣ ਤੁਹਾਡੀ ਜਿਹੜੀ ਰਿਕੁਐਸਟ ਹੈ ਜਾਂ ਸਾਡੀਆਂ ਰਿਕੁਐਸਟਾਂ ਉਹ ਸੋਸ਼ਲ ਮੀਡੀਆ ਦੇ ਥਰੂ ਉਹਨਾਂ ਤੱਕ ਪਹੁੰਚਦੀਆਂ ਪਈਆਂ ਨੇ ਤੇ ਅੱਲਾਹ ਤਾਲਾ ਜੀ ਉਹਨਾਂ ਨੂੰ ਹਿਦਾਇਤ ਦੇਵੇ। ਤੇ ਆਓ ਦੋਸਤੋ ਤੁਹਾਨੂੰ ਵਿਖਾਈਏ ਜਨਾਬ ਬਿਲਾਸ ਟਰੈਕਟਰ ਦੀ ਪਰਫਾਰਮੈਂਸ। ਸਾਨਵੀਰ ਬ్రో ਟਰੈਕਟਰ ਹੈ ਜਨਾਬ ਬਿਲਾਰਸ ਤੇ ਮਾਡਲ ਹੈ 2024, ਬਿਲਕੁਲ 0 ਮੀਟਰ ਤੇ ਮਾਸ਼ਾਅੱਲਾ ਬਹੁਤ ਹੀ ਵਧੀਆ ਤੇ ਕਮਾਲ ਦੀ ਪਰਫਾਰਮੈਂਸ ਹੈ। ਇੱਕ ਵਕਤ ਹੈਗਾ ਸੀ 1994 ਦੇ ਵਿੱਚ ਪੀਪਲਸ ਪਾਰਟੀ ਦੀ ਹਕੂਮਤ ਸੀ ਤੇ 1.5 ਲੱਖ ਦਾ ਮਿਲਿਆ ਸੀ ਤੇ ਅੱਜ ਕੱਲ੍ਹ ਜਨਾਬ 65 ਲੱਖ ਰੁਪਏ ਦਾ ਮਿਲਦਾ ਪਿਆ ਜੀ। ਤੇ ਚੈੱਕ ਕਰ ਲਓ ਕਿਸੇ ਕਿਸਮ ਦਾ ਕੋਈ ਲੋਡ ਸ਼ੋਡ ਕੋਈ ਨਹੀਂ, ਬੜੇ ਆਰਾਮ ਦੇ ਨਾਲ ਆਪਣੀ ਪਰਫਾਰਮੈਂਸ ਦੇ ਰਿਹਾ ਹੈ। ਤੇ ਪਿੱਛੇ ਹਕਨਵਾਜ਼ ਬਾਈ ਹੈਗੇ ਨੇ, ਇਹ ਆਲੂ ਕੀ ਲੈਣ 'ਚ ਚਲਾ ਜਾਂਦਾ ਹੈ ਖੇੜੀ 'ਚ ਤੇ ਉਹਨੂੰ ਜਨਾਬ ਚਮਚੇ ਨਾਲ ਬਾਹਰ ਸੁੱਟਦੇ ਪਏ ਨੇ ਤਾਂ ਕਿ ਆਲੂ ਜਿਹੜੇ ਨੇ ਉਹਦੇ ਹੱਥੀਂ ਨਾ ਖਰਾਬ ਕਰੀਏ। ਕਿਉਂ ਹਕਨਵਾਜ਼ ਬਾਈ ਐਸਾ ਹੀ ਹੈ? ਅੱਗੇ ਹੋਇਆ ਪੈਰ ਨੂੰ ਕੋਈ ਇਹ ਨਾ ਹੁਣ ਆਪਾਂ ਦੇ ਆਲੂ ਦਾ ਫਾਇਦਾ ਹੈ। ਹਾਂ, ਜਿਸ ਤਰੀਕੇ ਆਪਣਾ ਪ੍ਰੋਗਰਾਮ ਖਰਾਬ ਹੋਇਆ ਪਿਆ ਰੇਟ ਦੀ ਵਜ੍ਹਾ ਨਾਲ ਬਾਰਡਰ ਬੰਦ ਨੇ ਹਾਂਜੀ ਤੇ ਹੁਣ ਪਤਾ ਨਹੀਂ ਕਦੋਂ ਖੁੱਲਣੇ ਹੈਗੇ ਨੇ, ਕੀ ਲੱਗਦਾ ਹੈ? ਅੱਲਾਹ ਜਾਣਦਾ ਹੀ ਮੈਨੂੰ ਕੋਈ ਐਵੇਂ ਹੈ ਦਿਲ ਨੂੰ ਆਸ ਲਈ ਫਿਰਨੇ ਵੀ ਖੁੱਲਣਗੇ ਤੇ ਅਸੀਂ ਤਾਂ ਉਡੀਕ ਅੱਜ ਪਟਦੇ ਪਏ ਰੱਖਣੇ ਅੱਜ ਅੱਲਾਹ ਦੇ ਸਪੁਰਦ ਜੀ। ਗੁੱਡ ਹੋ ਗਿਆ ਤੇ ਅੱਲਾਹ ਤਾਲਾ ਜੀ ਮਿਹਰਬਾਨੀ ਫਰਮਾਵੇਗਾ। ਤੇ ਬਾਕੀ ਦੋਸਤੋ ਜਿਸ ਹਿਸਾਬ ਨਾਲ ਟਰੈਕਟਰ ਸਾਡੇ ਮੁਲਕ 'ਚ ਮਹਿੰਗੇ ਹੋਏ ਨੇ, ਗੱਡੀਆਂ ਮਹਿੰਗੀਆਂ ਹੋਈਆਂ ਨੇ, ਉਸ ਹਿਸਾਬ ਨਾਲ ਸਾਡੀ ਜਿਹੜੀ ਫਸਲ ਹੈ ਉਹ ਮਹਿੰਗੀ ਨਹੀਂ ਹੋਈ। बहुत ही प्यारी परफॉर्मेंस दोस्तों, बिलार्स नंबर 1 ਤੇ ਕਮਾਲ ਦਾ ਟਰੈਕਟਰ। ਤੇ ਜਦੋਂ ਫਿਰ 1994 ਚ ਸਕੀਮੀ ਟਰੈਕਟਰ ਆਏ ਨੇ ਤੇ ਜ਼ਮੀਂਦਾਰਾਂ ਇਹਨੂੰ ਚਲਾਇਆ ਤੇ ਫਿਰ ਇਹਨਾਂ ਬੱਲੇ ਬੱਲੇ ਤੇ ਬਹਿ ਜਾ ਹੋ ਗਈ ਕਿਉਂਕਿ ਡੀਜ਼ਲ ਘੱਟ ਪੀਂਦੇ ਨੇ ਤੇ ਉਹਦੇ ਨਾਲ ਜਿਹੜਾ ਹੈ ਨਾ ਬੰਨ ਟੁੱਟ ਉਹ ਇਹਨਾਂ ਦੀ ਬਿਲਕੁਲ ਥੋੜੀ ਹੈ। माशाल्लाह आलू का साइज बहुत प्यारा, लेकिन खरीदार कोई नहीं, किसान मायूस है ने। किसानों वास्ते हुण दुआई की जा सकती है कि अरबां खरबां डॉलर जिहड़े ने ਉਹਦਾ नुकसान किसानों का भी होगा तो मुल्क का भी होगा। तो हुकूमत को चाहिए भी अपनी पॉलिसियां ते नज़रसानी करे ताकि किसानों के हालात कुछ बेहतर होवन। तो मैनूं दो इजाज़त, तुहाडा भरा मियां मोहम्मद अफजल भट्ट, अल्लाह हाफिज़, पाकिस्तान जिंदाबाद।